ਸਤਿ ਸ਼੍ਰੀ ਅਕਾਲ ਸਾਰੇ ਵਿਦਿਆਰਥੀਆਂ ਨੂੰ। ਅੱਜ ਦੇ ਲੈਕਚਰ ਦੇ ਵਿੱਚ ਅਸੀਂ ਅਗਲਾ ਕਨਸੈਪਟ ਕਵਰ ਕਰਾਂਗੇ, ਨੀਡ ਆਫ ਮੈਰਿਜ, ਵਿਆਹ ਦੀ ਲੋੜ। ਲੈਕਚਰ ਸ਼ੁਰੂ ਕਰਨ ਤੋਂ ਪਹਿਲਾਂ ਰਿਕੁਐਸਟ ਹੈ, ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਲੈਕਚਰ ਨੇ ਜਿਹੜੇ ਉਹ ਤੁਹਾਡੇ ਕਲਾਸਮੇਟਸ ਦੇ ਨਾਲ, ਫਰੈਂਡਸ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ। ਹਾਂਜੀ, ਅੱਗੇ ਅਸੀਂ ਲੈਕਚਰ ਸ਼ੁਰੂ ਕਰਦੇ ਹਾਂ। ਵਿਆਹ ਦੀ ਲੋੜ ਕਿਉਂ ਪਈ ਕਿ ਮੈਰਿਜ ਨਾਂ ਦਾ ਕੰਸੈਪਟ ਹੋਣਾ ਚਾਹੀਦਾ ਹੈ, ਇੱਕ ਇੰਸਟੀਟਿਊਸ਼ਨ ਹੋਣੀ ਚਾਹੀਦੀ ਹੈ, ਇੱਕ ਸੰਸਥਾ ਹੋਣੀ ਚਾਹੀਦੀ ਹੈ ਸਮਾਜ ਦੇ ਵਿੱਚ। ਇਸ ਦੇ ਕਿਹੜੇ ਕਾਰਨ ਜ਼ਿੰਮੇਵਾਰ ਰਹੇ ਉਹ ਅਸੀਂ ਅੱਜ ਦੇਖਦੇ ਹਾਂ। ਸਭ ਤੋਂ ਪਹਿਲਾਂ ਬਾਇਓਲੋਜੀਕਲ ਨੀਡ, ਜੀਵ ਵਿਗਿਆਨਿਕ ਲੋੜ। ਵਿਆਹ ਮੁੱਖ ਤੌਰ 'ਤੇ ਲਿੰਗ ਇੱਛਾਵਾਂ ਦੀ ਪੂਰਤੀ ਦਾ ਸਾਧਨ ਹੈ। ਅਨਿਯਮਿਤ ਲਿੰਗ ਸੰਬੰਧ ਸਮਾਜ ਵਿੱਚ ਭ੍ਰਿਸ਼ਟਾਚਾਰ ਨੂੰ ਜਨਮ ਦਿੰਦੇ ਹਨ। ਆਦਿ ਕਾਲ ਵਿੱਚ ਮਨੁੱਖ ਨੇ ਵਿਆਹ ਦੀ ਲੋੜ ਨੂੰ ਇਸ ਲਈ ਜ਼ਰੂਰੀ ਸਮਝਿਆ। ਸਮਾਜ ਦੁਆਰਾ ਪ੍ਰਵਾਨ ਕੀਤੇ ਗਏ ਢੰਗਾਂ ਰਾਹੀਂ ਲਿੰਗ ਸੰਬੰਧ ਸਥਾਪਿਤ ਕਰਨਾ ਵਿਆਹ ਸੰਸਥਾ ਦਾ ਕੰਮ ਹੈ। ਨੈਕਸਟ ਹੈ ਸਾਈਕੋਲੋਜੀਕਲ ਨੀਡ, ਮਨੋਵਿਗਿਆਨਿਕ ਲੋੜ। ਵਿਆਹ ਦਾ ਆਧਾਰ ਸਿਰਫ ਲਿੰਗਿਕ ਇੱਛਾਵਾਂ ਦੀ ਪੂਰਤੀ ਹੀ ਨਹੀਂ, ਬਲਕਿ ਇੱਕ ਪ੍ਰਕਾਰ ਦੀ ਮਾਨਸਿਕ ਤ੍ਰਿਪਤੀ ਵੀ ਹੈ। ਇਸਤਰੀ ਪੁਰਸ਼ ਦਾ ਇੱਕ ਦੂਜੇ ਪ੍ਰਤੀ ਝੁਕਾਅ ਸੁਭਾਵਿਕ ਹੈ ਅਤੇ ਇਹ ਝੁਕਾਅ ਸਿਰਫ ਲਿੰਗ ਸੰਬੰਧਾਂ ਦੀ ਚੇਤਨਤਾ ਕਰਕੇ ਹੀ ਨਹੀਂ, ਬਲਕਿ ਇੱਕ ਦੂਸਰੇ ਉੱਪਰ ਆਸ਼ਰਿਤ ਹੋਣ ਦੀ ਮਨੋਵਿਗਿਆਨਿਕ ਲੋੜ ਨੂੰ ਪੂਰਾ ਕਰਦਾ ਹੈ। ਇਸਤਰੀ ਦੇ ਅਭਾਵ ਵਿੱਚ ਪੁਰਸ਼ ਅਤੇ ਪੁਰਸ਼ ਦੀ ਅਣਹੋਂਦ ਵਿੱਚ ਇਸਤਰੀ ਦਾ ਜੀਵਨ ਅਧੂਰਾ ਰਹਿੰਦਾ ਹੈ। ਇਹ ਦੋਵੇਂ ਇੱਕ ਦੂਜੇ ਦੇ ਪੂਰਕ ਹਨ, ਇਸ ਲਈ ਵੀ ਵਿਆਹ ਦੀ ਲੋੜ ਨੂੰ ਜ਼ਰੂਰੀ ਮੰਨਿਆ ਗਿਆ। ਨੈਕਸਟ ਹੈ ਸਮਾਜ ਦੀ ਨਿਰੰਤਰਤਾ ਨੂੰ ਬਣਾਈ ਰੱਖਣ ਲਈ ਪ੍ਰਜਨਨ ਦੀ ਪ੍ਰਕਿਰਿਆ, ਭਾਵ ਬੱਚੇ ਹੋਣਾ ਜ਼ਰੂਰੀ ਹੈ। ਇੱਕ ਜਨਰੇਸ਼ਨ ਤੋਂ ਬਾਅਦ ਦੂਜੀ ਜਨਰੇਸ਼ਨ ਹੋਣੀ ਚਾਹੀਦੀ ਹੈ। ਮੌਤ ਅਤੇ ਜਨਮ ਦੀਆਂ ਪ੍ਰਕਿਰਿਆਵਾਂ ਦੇ ਆਪਸੀ ਸੰਤੁਲਨ ਉੱਤੇ ਹੀ ਸਮਾਜ ਦੀ ਹੋਂਦ ਨਿਰਭਰ ਕਰਦੀ ਹੈ। ਸੰਤਾਨ ਨਾਲ ਹੀ ਸਮਾਜ ਦੀ ਸਥਿਤੀ ਅਤੇ ਵਿਸਥਾਰ ਸੰਭਵ ਹੈ। ਇੱਕ ਸੰਤਾਨ ਦੂਸਰੀ ਸੰਤਾਨ ਨੂੰ ਅਤੇ ਦੂਸਰੀ ਸੰਤਾਨ ਤੀਸਰੀ ਸੰਤਾਨ ਨੂੰ ਜਨਮ ਦਿੰਦੀ ਹੈ। ਇਸ ਤਰ੍ਹਾਂ ਸੰਤਾਨ ਰਾਹੀਂ ਮਨੁੱਖ ਆਪਣੇ ਆਪ ਨੂੰ ਅਮਰ ਕਰਦਾ ਹੈ ਅਤੇ ਸਮਾਜ ਅੱਗੇ ਵਧਦਾ ਰਹਿੰਦਾ ਹੈ। ਵਿਧਾਤਾ ਦੀ ਇਹ ਸ੍ਰਿਸ਼ਟੀ ਇਸੇ ਤਰ੍ਹਾਂ ਚੱਲਦੀ ਰਹਿੰਦੀ ਹੈ। ਵਿਅਕਤੀਤਵ ਦਾ ਵਿਕਾਸ, ਡਿਵੈਲਪਮੈਂਟ ਆਫ ਪਰਸਨੈਲਿਟੀ। ਸਧਾਰਨ ਤੌਰ 'ਤੇ ਵਿਅਕਤੀ ਦੇ ਵਿਅਕਤੀਤਵ ਦੇ ਵਿਕਾਸ ਅਤੇ ਮਾਨਸਿਕ ਸੰਤੁਲਨ ਲਈ ਵਿਆਹ ਬਹੁਤ ਜ਼ਰੂਰੀ ਸਮਝਿਆ ਜਾਂਦਾ ਹੈ। ਵਿਆਹ ਰਾਹੀਂ ਹੀ ਵਿਅਕਤੀ ਸਮਾਜ ਵਿੱਚ ਨਵੇਂ ਰੁਤਬੇ ਅਤੇ ਭੂਮਿਕਾ ਨੂੰ ਪ੍ਰਾਪਤ ਕਰਦਾ ਹੈ ਅਤੇ ਨਵੇਂ ਅਧਿਕਾਰਾਂ ਅਤੇ ਜ਼ਿੰਮੇਵਾਰੀਆਂ ਨੂੰ ਗ੍ਰਹਿਣ ਕਰਦਾ ਹੈ। ਮਨੂ ਦੇ ਸ਼ਬਦਾਂ ਵਿੱਚ ਕੇਵਲ ਉਹ ਹੀ ਪੂਰਾ ਆਦਮੀ ਹੈ ਜਿਸ ਦੀ ਪਤਨੀ ਅਤੇ ਬੱਚੇ ਹਨ। ਉਹ ਆਦਮੀ ਅਸਲ ਵਿੱਚ ਅੱਧਾ ਹੈ ਜਿਸ ਨੇ ਪਤਨੀ ਉੱਤੇ ਜਿੱਤ ਪ੍ਰਾਪਤ ਨਹੀਂ ਕੀਤੀ। ਉਹ ਤਦ ਤੱਕ ਪੂਰਨ ਆਦਮੀ ਨਹੀਂ ਹੁੰਦਾ ਜਦ ਤੱਕ ਸੰਤਾਨ ਪੈਦਾ ਨਹੀਂ ਕਰਦਾ। ਇਸ ਤਰ੍ਹਾਂ ਔਰਤ ਲਈ ਕਿਹਾ ਜਾਂਦਾ ਹੈ ਕਿ ਉਹ ਵਿਆਹ ਬਗੈਰ ਅਧੂਰੀ ਹੈ। ਆਮ ਵੇਖਣ ਵਿੱਚ ਆਉਂਦਾ ਹੈ ਕਿ ਜਿਹੜੇ ਆਦਮੀ ਅਤੇ ਔਰਤ ਦਾ ਵਿਆਹ ਨਹੀਂ ਹੁੰਦਾ, ਉਹਨਾਂ ਦਾ 35 ਸਾਲ ਦੀ ਉਮਰ ਤੋਂ ਬਾਅਦ ਮਾਨਸਿਕ ਸੰਤੁਲਨ ਠੀਕ ਨਹੀਂ ਰਹਿੰਦਾ। ਇਹ ਵੀ ਇੱਕ ਲੋੜ ਹੈ ਵਿਆਹ ਦੀ। ਨੈਕਸਟ ਹੈ ਸੋਸ਼ਲ ਨੀਡ, ਸਮਾਜਿਕ ਲੋੜ। ਵਿਆਹ ਮਨੁੱਖ ਲਈ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਇਸਤਰੀ ਅਤੇ ਪੁਰਸ਼ ਦੋਹਾਂ ਵਿੱਚ ਕਾਮ ਭਾਵ ਹੈ ਅਤੇ ਲਿੰਗ ਸੰਬੰਧ ਇਸ ਦੀ ਪ੍ਰੇਰਨਾ ਕਰਕੇ ਹੁੰਦੇ ਹਨ। ਇਹ ਮਨੁੱਖ ਦੀ ਮੂਲ ਪ੍ਰਵਿਰਤੀ ਹੈ ਜਿਸ ਦੀ ਸੰਤੁਸ਼ਟੀ ਹੋਣੀ ਬਹੁਤ ਜ਼ਰੂਰੀ ਹੈ। ਪੁਰਾਤਨ ਕਾਲ ਵਿੱਚ ਲਿੰਗ ਸੰਤੁਸ਼ਟੀ ਲਈ ਕੋਈ ਨਿਸ਼ਚਿਤ ਨਿਯਮ ਨਹੀਂ ਸੀ। ਇਸ ਤਰ੍ਹਾਂ ਇਹਨਾਂ ਸੰਬੰਧਾਂ ਵਿੱਚ ਆਮ ਤੌਰ 'ਤੇ ਖੁੱਲ੍ਹ ਵਰਤੀ ਜਾਂਦੀ ਸੀ। ਇਸ ਦਾ ਅਰਥ ਇਹ ਹੋਇਆ ਕਿ ਕੋਈ ਵੀ ਇਸਤਰੀ ਪੁਰਸ਼ ਕਿਸੇ ਵੀ ਨਾਲ ਅਤੇ ਕੋਈ ਵੀ ਪੁਰਸ਼ ਕਿਸੇ ਵੀ ਇਸਤਰੀ ਨਾਲ ਲਿੰਗ ਸੰਬੰਧ ਸਥਾਪਿਤ ਕਰ ਲੈਂਦਾ ਸੀ। ਅਜਿਹੀ ਸਥਿਤੀ ਵਿੱਚ ਆਮ ਤੌਰ 'ਤੇ
ਇਸਤਰੀ ਨੂੰ ਹੀ ਆਪਣੇ ਤੇ ਆਪਣੇ ਬੱਚਿਆਂ ਦੀ ਸੁਰੱਖਿਆ ਅਤੇ ਗੁਜ਼ਾਰੇ ਦਾ ਇੰਤਜ਼ਾਮ ਕਰਨਾ ਪੈਂਦਾ ਸੀ, ਕਿਉਂਕਿ ਕੋਈ ਪੁਰਸ਼ ਬੱਚਿਆਂ ਅਤੇ ਇਸਤਰੀ ਦੀ ਦੇਖਭਾਲ ਲਈ ਜ਼ਿੰਮੇਵਾਰੀ ਨਹੀਂ ਸੀ ਲੈਂਦਾ। ਖਾਸ ਕਰਕੇ ਗਰਭਵਤੀ ਹਾਲਤ ਵਿੱਚ ਸਹਾਇਤਾ ਦੀ ਬੇਹੱਦ ਲੋੜ ਹੁੰਦੀ ਹੈ, ਤਾਂ ਅਜਿਹੀਆਂ ਸਮੱਸਿਆਵਾਂ ਦਾ ਹੱਲ ਲੱਭਣ ਲਈ ਪ੍ਰਾਚੀਨ ਮਨੁੱਖ ਨੇ ਵਿਆਹ ਦੀ ਰਸਮ ਪੈਦਾ ਕੀਤੀ। ਵਿਆਹ ਇਸਤਰੀ ਅਤੇ ਪੁਰਸ਼ ਵਿੱਚ ਇੱਕ ਸਮਝੌਤਾ ਹੈ, ਜਿਸ ਵਿੱਚ ਇਸਤਰੀ ਆਪਣੇ ਉੱਪਰ ਬੱਚਿਆਂ ਦੀ ਦੇਖਭਾਲ ਅਤੇ ਆਦਮੀ ਆਪਣੇ ਉੱਪਰ ਦੋਹਾਂ ਦੇ ਖਾਣ ਪੀਣ ਤੇ ਸੁਰੱਖਿਆ ਦੀ ਜ਼ਿੰਮੇਵਾਰੀ ਲੈਂਦਾ ਹੈ। ਨੈਕਸਟ ਹੈ ਆਰਥਿਕ ਲੋੜ, ਇਕਨੋਮਿਕ ਨੀਡ। ਵਿਆਹ ਤੋਂ ਬਾਅਦ ਇਸਤਰੀ ਅਤੇ ਪੁਰਸ਼ ਦਾ ਇਹ ਫਰਜ਼ ਬਣਦਾ ਹੈ ਕਿ ਉਹ ਆਪਣੀਆਂ ਅਤੇ ਆਪਣੇ ਬੱਚਿਆਂ ਦੀਆਂ ਆਰਥਿਕ ਲੋੜਾਂ ਨੂੰ ਪੂਰਾ ਕਰਨ। ਬੱਚੇ ਅਤੇ ਇਸਤਰੀਆਂ ਆਰਥਿਕ ਤੌਰ 'ਤੇ ਸੁਤੰਤਰ ਨਹੀਂ ਹੁੰਦੇ। ਇਸੇ ਤਰ੍ਹਾਂ ਪੁਰਸ਼ ਵੀ ਆਰਥਿਕ ਲੋੜਾਂ ਦੀ ਪੂਰਤੀ ਲਈ ਔਰਤਾਂ ਉੱਤੇ ਨਿਰਭਰ ਹੁੰਦਾ ਹੈ, ਜਿਵੇਂ ਕਮਾਏ ਹੋਏ ਧਨ ਨੂੰ ਸੁਚਾਰੂ ਰੂਪ ਨਾਲ ਪ੍ਰਯੋਗ ਕਰਨਾ ਅਤੇ ਘਰ ਦੀ ਸਾਰੀ ਆਰਥਿਕ ਵਿਵਸਥਾ ਨੂੰ ਨਿਯਮਤ ਕਰਨਾ ਔਰਤ ਦਾ ਕੰਮ ਹੈ। ਇਸ ਤਰ੍ਹਾਂ ਆਪਸੀ ਆਰਥਿਕ ਨਿਰਭਰਤਾ ਦੀ ਲੋੜ ਨੂੰ ਵਿਆਹ ਦੁਆਰਾ ਹੀ ਪੂਰਾ ਕੀਤਾ ਜਾ ਸਕਦਾ ਹੈ। ਨੈਕਸਟ ਹੈ ਬੁਢਾਪੇ ਵਿੱਚ ਸਹਾਇਤਾ ਦੀ ਲੋੜ, ਨੀਡ ਆਫ ਹੈਲਪ ਇਨ ਓਲਡ ਏਜ। ਮਨੁੱਖ ਦੇ ਜੀਵਨ ਵਿੱਚ ਇੱਕ ਅਜਿਹੀ ਅਵਸਥਾ ਵੀ ਆਉਂਦੀ ਹੈ ਜਦੋਂ ਕਿ ਇੱਕ ਨਿੱਘੇ ਸਾਥੀ ਦੀ ਲੋੜ ਮਹਿਸੂਸ ਹੁੰਦੀ ਹੈ। ਇਹ ਅਵਸਥਾ ਬੁਢਾਪਾ ਹੈ। ਇਸ ਦੇ ਉਲਟ ਜਿਹੜਾ ਵਿਅਕਤੀ ਵਿਆਹ ਨਹੀਂ ਕਰਵਾਉਂਦਾ ਅਤੇ ਬਾਕੀ ਦੇ ਭੈਣ ਭਰਾ ਵਿਆਹ ਕਰਵਾ ਕੇ ਆਪਣਾ ਪਰਿਵਾਰਕ ਜੀਵਨ ਵਿੱਚ ਰੁੱਝ ਜਾਂਦੇ ਹਨ, ਤਾਂ ਉਦੋਂ ਉਹ ਆਪਣੇ ਜੀਵਨ ਸਾਥੀ ਦੀ ਘਾਟ ਮਹਿਸੂਸ ਕਰਦਾ ਹੈ ਅਤੇ ਉਸਨੂੰ ਆਪਣੇ ਬੁਢਾਪੇ ਵਿੱਚ ਹਨੇਰਾ ਲੱਗਦਾ ਹੈ। ਇਸ ਲਈ ਵਿਆਹ ਇੱਕ ਦੁੱਖ ਸੁੱਖ ਦੇ ਸਾਂਝੇ ਸਾਥੀ ਦੀ ਪ੍ਰਾਪਤੀ ਦਾ ਸਾਧਨ ਹੈ। ਇਸ ਤੋਂ ਇਲਾਵਾ ਵਿਆਹ ਦੇ ਫਲਸਰੂਪ ਪੈਦਾ ਹੋਈ ਸੰਤਾਨ ਦੀ ਲੋੜ ਤਾਂ ਵੀ ਹੈ ਕਿ ਸੰਤਾਨ ਆਪਣੇ ਮਾਂ-ਬਾਪ ਦੀ ਸੇਵਾ ਕਰੇ, ਉਹਨਾਂ ਨੂੰ ਹਰ ਪ੍ਰਕਾਰ ਸੁਖੀ ਰੱਖੇ, ਬੁਢਾਪੇ ਸਮੇਂ ਉਹਨਾਂ ਦਾ ਸਹਾਰਾ ਬਣੇ। ਅਸਲ ਵਿੱਚ ਖਾਸ ਕਰਕੇ ਭਾਰਤ ਵਿੱਚ ਪਰਿਵਾਰ ਦੇ ਪ੍ਰਤੀ ਵਿਅਕਤੀ ਦੇ ਕੁਝ ਕਰਤੱਵ ਦੱਸੇ ਗਏ ਹਨ। ਬੁੱਢੇ ਮਾਂ-ਬਾਪ ਦੀ ਸੇਵਾ ਦੀ ਜ਼ਿੰਮੇਵਾਰੀ ਸਮਾਜ ਸੰਤਾਨ ਨੂੰ ਸੌਂਪਦਾ ਹੈ ਅਤੇ ਇਸ ਨੂੰ ਨਿਭਾਉਣ ਲਈ ਵਿਆਹ ਜ਼ਰੂਰੀ ਹੈ। ਨੈਕਸਟ ਹੈ ਪਰਿਵਾਰ ਦੀ ਸੰਪਤੀ ਦੀ ਰੱਖਿਆ, ਸਿਕਿਉਰਿਟੀ ਆਫ ਫੈਮਿਲੀ ਪ੍ਰੋਪਰਟੀ। ਵਿਅਕਤੀ ਕੋਲ ਜੋ ਵੀ ਧਨ ਸੰਪਤੀ ਹੁੰਦੀ ਹੈ ਉਹ ਆਪਣੇ ਬੱਚਿਆਂ ਨੂੰ ਹੀ ਦੇਣਾ ਚਾਹੁੰਦਾ ਹੈ। ਵਿਅਕਤੀ ਇਹ ਸੋਚ ਕੇ ਕਿ ਉਸ ਕੋਲ ਜਿਹੜੀ ਸੰਪਤੀ ਹੈ ਉਸ ਦੇ ਮਰਨ ਤੋਂ ਬਾਅਦ ਉਸ ਨੂੰ ਕੌਣ ਸੰਭਾਲੇਗਾ, ਵਿਆਹ ਦੀ ਲੋੜ ਮਹਿਸੂਸ ਕਰਦਾ ਹੈ ਤਾਂ ਕਿ ਉਹ ਸੰਤਾਨ ਪੈਦਾ ਕਰ ਸਕੇ ਜੋ ਕਿ ਉਸ ਦੇ ਪਿੱਛੋਂ ਉਸ ਦੀ ਸੰਪਤੀ ਨੂੰ ਸੰਭਾਲੇਗੀ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਵਿਆਹ ਦੀ ਲੋੜ ਕਿਉਂ ਹੈ, ਇਹਦੇ ਕਿਹੜੇ ਕਾਰਨ ਨੇ, ਵੱਖ-ਵੱਖ ਕਾਰਨ ਜਿਹੜੇ ਅਸੀਂ ਨੇ ਡਿਟੇਲ ਦੇ ਵਿੱਚ ਡਿਸਕਸ ਕੀਤੇ ਨੇ। ਇਸ ਤਰ੍ਹਾਂ ਸਾਨੂੰ ਸਮਝ ਆ ਜਾਂਦਾ ਹੈ ਕਿ ਵਿਆਹ ਸਮਾਜ ਦੇ ਵਿੱਚ ਸਮਾਜ ਦੀ ਨਿਰੰਤਰਤਾ ਨੂੰ ਬਣਾਈ ਰੱਖਣ ਦੇ ਲਈ ਬਹੁਤ ਜ਼ਰੂਰੀ ਹੈ। ਅਗਲੇ ਲੈਕਚਰ ਦੇ ਵਿੱਚ ਅਸੀਂ ਕਵਰ ਕਰਾਂਗੇ ਫੰਕਸ਼ਨਸ ਆਫ ਮੈਰਿਜ, ਵਿਆਹ ਦੇ ਕੰਮ। ਲੈਕਚਰ ਜੇਕਰ ਸਮਝ ਆ ਰਿਹਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਲੈਕਚਰ ਸੁਣਨ ਦੇ ਲਈ ਥੈਂਕ ਯੂ।